नमस्कार। देश दुनिया में SDTV प्राइम देख रहे सारे दर्शकों का स्वागत। मैं हाँ शमी डावरा। दोस्तों अज गल करांगे नगर कौंसल के प्रधानां दी हुई ताजपोशी दी। असीं जानते हैं कि 14 फरवरी को पूरे पंजाब दे विच नगर कौंसलों दी चोणां होईयां सी। 17 फरवरी को रिजल्ट आए सी। बड़े लंबे इंतजार तो बाद सरकार ने नोटिफिकेशन की थी, बड़ियां कियास आईयां सी भी प्रधानगी की सीट वुमेन रिजर्व होएगी या फिर BC SC रिजर्व होएगी या जनरल रहेगी। उस दे विच आनंदपुर साहब, नंगल ते कीरतपुर साहब तीनों नगर कौंसलां जनरल कैटागरी दे विच आ गईयां। तो फिर मीटिंग हुई नगर कौंसलां दी ते नगर कौंसलां ने अपना प्रधान चुनिया ते अज उन्हां प्रधानां दी ताजपोशी हुई। हालांकि नंगल दे विच संजय सानी कांग्रेस के प्रेजिडेंट बने, आनंदपुर साहब विच हरजीत सिंह जीता प्रेजिडेंट बने ते कीरतपुर साहब दे विच सुरिंदर पाल कौड़ा जी प्रेजिडेंट चुने गए। लेकिन नंगल की अज ताजपोशी नहीं हुई। अज श्री आनंदपुर साहब ते कीरतपुर साहब दे विच प्रधानां की ताजपोशी हुई है। मैं पहला गल करांगा श्री आनंदपुर साहब दे विच हुई सरदार हरजीत सिंह जीता की ताजपोशी दी। नगर कौंसल के दफ्तर के विच अज सुखमनी साहब जी के पाठ रखाए गए सन। उन्हों भोग पाया गया। साहिब श्री गुरु ग्रंथ साहब जी को उत्थे लिया गया। उन्होंने आशीर्वाद के नाल अज जिहड़ा है ये उत्थे पूरा काम संपूर्ण चढ़िया। विधान सभा के स्पीकर ते हल्का विधायक जिन्हां दी अगवाई दे विच ये पूरियां चोणां लड़ियां गईयां सन ते बड़ी ये माण वाली गल भी सी भी नगर कौंसल आनंदपुर साहब, नंगल ते कीरतपुर साहब ते कांग्रेस का कब्जा भी होया सी। कांग्रेस ने जित भी प्राप्त की सी। वो बतौर मुख मेहमान आनंदपुर साहब तशरीफ लैके आए। उन्होंने हरजीत सिंह जीता नूं उन्हां दी कुर्सी ते बिठाया, उन्हां दी ताजपोशी की ते अगे तो उन्हां दे जो कार्यकाल है उसकी सफलता की मनोकामना। आनंदपुर साहब की पवित्र धरती, गुरु महाराज की धरती, इत्थे पिछले दिनी म्यूनसिपल कमेटी दी चोणां होईयां और चोणां तो बाद हरजीत सिंह जीता नूं सर्वसम्मति दे नाल प्रधान चुनिया गया। अज असी सारिਆਂ ने इकट्ठे हो के महाराज दे चरनां च अरदास करके गुरु महाराज का ओट आसरा लैके हरजीत सिंह जीता जी ने अज काम संभालिया। रस्मी तौर पर अज पहले दिन दफ्तर आए है। मैं प्रार्थना करदा
ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਰਹਿਮਤ ਕਰਨ, ਬਖਸ਼ਿਸ਼ ਕਰਨ। ਹਰਜੀਤ ਸਿੰਘ ਜੀਤਾ, ਇਹਨਾਂ ਦੇ ਸਾਰੇ ਸਾਥੀ ਜਿੰਨੇ ਮਿਊਨਿਸਪਲ ਕਮੇਟੀ ਦੇ ਮੈਂਬਰ ਚੁਣੇ ਗਏ, ਗੁਰੂ ਨਗਰੀ ਦੀ ਭਰਪੂਰ ਸੇਵਾ ਕਰ। ਅਨੰਦਪੁਰ ਸਾਹਿਬ ਨਗਰ ਕੌਂਸਲ ਦੇ ਵਿੱਚ ਹਰਜੀਤ ਸਿੰਘ ਜੀਤਾ ਬਤੌਰ ਪ੍ਰਧਾਨ ਦੂਸਰੀ ਵਾਰ ਚੁਣੇ ਗਏ। ਪਿਛਲੀ ਟਰਮ ਦੇ ਵਿੱਚ ਵੀ ਪਹਿਲਾਂ ਮਹਿੰਦਰ ਸਿੰਘ ਵਾਲੀਆ ਨਗਰ ਕੌਂਸਲ ਦੇ ਪ੍ਰਧਾਨ ਸੀ, ਲੇਕਿਨ 2-2.5 ਸਾਲ ਤੋਂ ਬਾਅਦ ਉਹਨਾਂ ਨੂੰ ਹਟਾ ਕੇ ਹਰਜੀਤ ਸਿੰਘ ਜੀਤਾ 2017 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਬਣੀ ਉਦੋਂ ਉਹ ਪ੍ਰੈਜ਼ੀਡੈਂਟ ਬਣ ਗਏ ਸੀ। ਕਿਹਾ ਤਾਂ ਇਹ ਵੀ ਜਾਂਦਾ ਹੈ ਵੀ ਇਹ ਕੁਰਸੀ ਬੇਸ਼ੱਕ ਮਾਣ ਦੀ ਗੱਲ ਹੋ ਸਕਦੀ ਹੈ, ਨਾਜ਼ ਦੀ ਗੱਲ ਹੋ ਸਕਦੀ ਹੈ, ਫਖਰ ਦੀ ਗੱਲ ਹੋ ਸਕਦੀ ਹੈ, ਲੇਕਿਨ ਕਈ ਵਾਰ ਇਸ ਕੁਰਸੀ ਤੇ ਇਸ ਤਾਜ ਦੇ ਵਿੱਚ ਕੰਡੇ ਵੀ ਲੱਗੇ ਹੁੰਦੇ ਨੇ। ਉਹ ਕੰਡੇ ਕਈ ਵਾਰ ਚੁਗਣੇ ਬੜੇ ਔਖੇ ਹੁੰਦੇ ਨੇ, ਲੇਕਿਨ ਪਿਛਲੇ ਟਰਮ ਦੇ ਵਿੱਚ ਸਫਲਤਾ ਹੀ ਕਹਿ ਸਕਦੇ ਹਾਂ ਕਿ ਇੱਕ ਸਫਲਤਾ ਹਰਜੀਤ ਸਿੰਘ ਜੀਤਾ ਤੇ ਉਹਨਾਂ ਦੀ ਟੀਮ ਨੂੰ ਕਾਫੀ ਹੱਦ ਤੱਕ ਮਿਲਦੀ ਰਹੀ। ਹਾਲਾਂਕਿ ਬਹੁਤ ਸਾਰੇ ਉਹਨਾਂ ਤੇ ਦੋਸ਼ ਲੱਗੇ, ਲੇਕਿਨ ਉਹ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਇਸ ਵਾਰ 2021 'ਚ ਹੋਈਆਂ ਚੋਣਾਂ ਦੇ ਵਿੱਚ ਉਹਨਾਂ ਨੂੰ ਤੇ ਉਹਨਾਂ ਦੀ ਟੀਮ ਨੂੰ ਨਗਰ ਵਾਸੀਆਂ ਨੇ ਦੁਬਾਰਾ ਚੁਣਿਆ, ਉਹਨਾਂ ਤੇ ਵਿਸ਼ਵਾਸ ਜਤਾਇਆ। ਹਰਜੀਤ ਸਿੰਘ ਜੀਤਾ ਦੁਬਾਰਾ ਬਣੇ ਹੈ ਪ੍ਰੈਜ਼ੀਡੈਂਟ, ਤੇ ਅੱਜ ਅਸੀਂ ਇਹੀ ਕਹਿ ਸਕਦੇ ਹਾਂ ਕਿ SDTV ਪ੍ਰਾਈਮ ਵੱਲੋਂ ਅਸੀਂ ਉਹਨਾਂ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ। ਗੱਲ ਮੁਬਾਰਕ ਦੀ ਹੋ ਰਹੀ ਹੋਵੇ ਤਾਂ ਬਾਕੀ ਗੱਲਾਂ ਪਿੱਛੇ ਰਹਿ ਜਾਂਦੀਆਂ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਵੀ ਇਹ ਤਾਜ ਕੰਡਿਆਂ ਦਾ ਤਾਜ ਵੀ ਹੁੰਦਾ ਹੈ। ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਵਸਾਈ ਨਗਰੀ ਹੈ। ਅਨੰਦਪੁਰ ਸਾਹਿਬ ਦੀ ਨਗਰੀ ਦੇ ਵਿਕਾਸ ਦੇ ਲਈ ਹਰੇਕ ਸਰਕਾਰ ਬਹੁਤ ਇੰਤਜ਼ਾਮ ਕਰਦੀ ਹੈ। ਹਜ਼ਾਰਾਂ ਲੱਖਾਂ ਨਹੀਂ ਕਰੋੜਾਂ ਰੁਪਇਆ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਭੇਜਿਆ ਜਾਂਦਾ ਹੈ ਤੇ ਅਨੰਦਪੁਰ ਸਾਹਿਬ ਦਾ ਵਿਕਾਸ ਹੁੰਦਾ ਵੀ ਹੈ। ਤੇ ਉਸ ਵਿਕਾਸ ਕਰਨ ਦੇ ਵਿੱਚ ਕਾਫੀ ਜਿਹੜੀ ਭੂਮਿਕਾ ਹੈ ਉਹ ਨਗਰ ਕੌਂਸਲ ਦੀ ਹੁੰਦੀ ਹੈ। ਲੇਕਿਨ ਪਿਛਲੇ ਸਮੇਂ ਦੇ ਦੌਰਾਨ ਅਗਰ ਗੱਲ ਕਰੀਏ ਤਾਂ ਅਨੰਦਪੁਰ ਸਾਹਿਬ ਦੇ ਵਿਕਾਸ ਦੇ ਵਿੱਚ ਉਹ ਤੇਜ਼ੀ, ਉਹ ਕੰਮ ਨਹੀਂ ਹੋ ਪਾਏ ਜਿਸ ਦੀ ਕਲਪਨਾ ਅਕਸਰ ਅਨੰਦਪੁਰ ਵਾਸੀ ਕਰਦੇ ਸੀ। ਅਨੰਦਪੁਰ ਸਾਹਿਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਸੀ, ਸਭ ਤੋਂ ਵੱਡੀ ਚੁਣੌਤੀ ਸੀ ਉਸ ਵਕਤ ਦੀ ਸੀਵਰੇਜ ਦੀ ਸਮੱਸਿਆ। ਅਸੀਂ ਪਿਛਲੇ ਦਿਨੀ ਜਦੋਂ ਇਲੈਕਸ਼ਨ ਹੋਣੇ ਸੀ ਉਦੋਂ ਇਹ ਉਜਾਗਰ ਵੀ ਕੀਤੀਆਂ ਸੀ ਇੱਥੇ ਦੀਆਂ ਕਮੀਆਂ। ਉਹ ਕਮੀਆਂ ਅੱਜ ਵੀ ਨੇ। ਹਰਜੀਤ ਸਿੰਘ ਜੀਤਾ ਜੋ ਕਿ ਪ੍ਰਧਾਨ ਬਣੇ ਨੇ, ਉਹਨਾਂ ਨੂੰ ਅੱਜ ਵੀ ਉਹ ਚੁਣੌਤੀਆਂ ਜਿਹੜੀਆਂ ਉਹ ਦਰਪੇਸ਼ ਆਉਣਗੀਆਂ, ਕਿਉਂਕਿ ਨਾ ਤਾਂ ਸੀਵਰ ਦੀ ਸਮੱਸਿਆ ਦਾ ਖਾਤਮਾ ਹੋਇਆ ਹੈ, ਨਾ ਹੀ ਅਨੰਦਪੁਰ ਸਾਹਿਬ ਦੀਆਂ ਗਲੀਆਂ ਜਿਹੜੀਆਂ ਹਰ ਦੂਜੇ ਤੀਜੇ ਸਾਲ ਨਵੇਂ ਪੇਵਰ ਦੇ ਨਾਲ ਬਣ ਜਾਂਦੀਆਂ ਨੇ ਉਹ ਕਿਤੇ ਬਣੀਆਂ ਨੇ। ਪੇਵਰਾਂ ਦਾ ਬੁਰਾ ਹਾਲ ਹੈ, ਨਾਲੀਆਂ ਦਾ ਬੁਰਾ ਹਾਲ ਹੈ। ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਇਸ ਜਗ੍ਹਾ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੈ, ਜਿਸ ਦੇ ਨਾਲ ਨਗਰ ਕੌਂਸਲ ਦਾ ਸਿੱਧਾ ਸੰਬੰਧ ਹੈ, ਉਹ ਹੈ ਅਨੰਦਪੁਰ ਸਾਹਿਬ ਦੇ ਵਪਾਰੀਆਂ ਵੱਲੋਂ ਬਾਜ਼ਾਰ ਦੇ ਵਿੱਚ ਕੀਤੀ ਹੋਈ ਐਨਕਰੋਚਮੈਂਟ। ਪੁੱਡਾ ਮਾਰਕੀਟ ਹੋਵੇ, ਕੋਟ ਰੋਡ ਹੋਵੇ, ਰਵਿਦਾਸ ਚੌਂਕ ਹੋਵੇ, ਜਾਂ ਉਸ ਤੋਂ ਬਾਅਦ ਜਾ ਕੇ ਜਿਹੜਾ ਮੇਨ ਬਾਜ਼ਾਰ ਦਾ ਗੰਡਾ ਚੌਂਕ ਤੇ ਅਗਲਾ ਚੌਂਕ ਜਿੱਥੇ ਸ਼ਰਮਾ ਡਰਾਈ ਕਲੀਨਰ ਦੀ ਦੁਕਾਨ ਹੈ ਉਹ ਚੌਂਕ ਹੋਵੇ, ਉਸ ਚੌਂਕ ਤੱਕ ਕਿਤੇ ਵੀ ਤੁਹਾਨੂੰ ਪੈਦਲ ਲੰਘਣਾ ਮੁਸ਼ਕਿਲ ਹੋ ਸਕਦਾ ਹੈ। ਲੋਕਾਂ ਨੇ ਜਿੱਥੇ ਸਕੂਟਰ, ਮੋਟਰਸਾਈਕਲ, ਕਾਰਾਂ ਖੜਨ ਦੀ ਪਾਰਕਿੰਗ ਦੀ ਜਗ੍ਹਾ ਹੈ, ਉਸ ਜਗ੍ਹਾ ਤੱਕ ਵੀ ਲੋਕਾਂ ਨੇ ਆਪਣੀਆਂ ਦੁਕਾਨਾਂ ਅਗਾਂਹ ਵਧਾ ਲਈਆਂ ਹੋਈਆਂ ਨੇ। SDM ਸੀ ਇੱਥੇ ਅਮਰਜੀਤ ਸਿੰਘ, ਉਹਨਾਂ ਨੇ ਇੱਕ ਜਾਰੀ ਕੀਤਾ ਸੀ ਆਰਡਰ ਕਿ ਕੋਈ ਵੀ ਬੰਦਾ ਆਪਣੀ ਦੁਕਾਨ ਤੋਂ ਬਾਹਰ ਕੋਈ ਸਮਾਨ ਨਹੀਂ ਰੱਖ ਸਕਦਾ, ਲੇਕਿਨ ਉਸ SDM ਸਾਹਿਬ ਦੇ ਆਰਡਰਾਂ ਨੂੰ ਹੁਣ ਦੇ SDM ਹੀ ਨਹੀਂ ਮੰਨ ਰਹੇ, ਨਗਰ ਕੌਂਸਲ ਨਹੀਂ ਮੰਨ ਰਹੀ। EO ਸਾਹਿਬ ਜੋ ਕਿ ਲਗਾਤਾਰ ਸਾਲ 1.5 ਸਾਲ ਤੋਂ ਨਗਰ ਕੌਂਸਲ ਨੂੰ ਚਲਾ ਰਹੇ ਸਨ, ਜਦੋਂ ਉਹਨਾਂ ਨਾਲ ਗੱਲ ਕਰੋ ਤਾਂ ਉਹ ਕਹਿੰਦੇ ਮੈਂ ਮਜਬੂਰ ਹਾਂ। ਕੌਣ ਕਰ ਰਿਹਾ ਮਜਬੂਰੀ? ਕੌਣ ਉਹਨਾਂ ਤੇ ਪ੍ਰੈਸ਼ਰ ਪਾ ਰਿਹਾ? ਇੱਕ ਸਿੰਪਲ ਜੀ ਗੱਲ ਹੈ ਵੀ ਬਾਜ਼ਾਰ ਦੇ ਵਿੱਚ ਇਨਕਰੋਚਮੈਂਟ ਹੋਈ, ਉਹਨੂੰ ਹਟਾ ਦਿਓ। ਇੱਕ ਚੁਣੌਤੀ ਅਨੰਦਪੁਰ ਸਾਹਿਬ ਵਾਲੇ ਅਕਸਰ ਕਹਿੰਦੇ ਆ ਕਿ ਬਹੁਤ ਸਾਰੇ ਚਹੇਤੇ ਜਿਹੜੇ ਆ ਉਹ ਮਿਊਨਿਸਪਲ ਕੌਂਸਲ ਦੇ ਅੰਦਰ ਵੜੇ ਰਹਿੰਦੇ ਨੇ, ਸਾਰੇ ਠੇਕੇ ਉਹਨਾਂ ਨੂੰ ਮਿਲਦੇ ਨੇ, ਉਹਨਾਂ ਦੀਆਂ ਘਰ ਵਾਲੀਆਂ ਉੱਥੇ MC ਬਣੀਆਂ ਹੋਈਆਂ ਨੇ, ਲੇਕਿਨ ਉਹ ਘੱਟ ਜਾਂਦੀਆਂ ਨੇ, ਉਹ ਆਪ ਜ਼ਿਆਦਾ ਬੈਠੇ ਰਹਿੰਦੇ ਨੇ ਉੱਥੇ ਜਾ ਕੇ, ਜਾਂ ਮੀਟਿੰਗਾਂ ਤੱਕ ਅਟੈਂਡ ਕਰਦੇ ਨੇ। ਇਹੋ ਜਿਹੀ ਚੁਣੌਤੀ ਵੀ ਹੈ। ਸੋ ਚੁਣੌਤੀਆਂ ਵਿੱਚ ਇੱਕ ਚੁਣੌਤੀ ਹੋਰ ਵੀ ਹੈ, ਚੁਣੌਤੀ ਹੈ ਸਫਾਈ ਦੀ। ਅਨੰਦਪੁਰ ਸਾਹਿਬ ਦੀ ਸਫਾਈ ਜਿਹੜੀ ਹੈ ਉਹ ਹਮੇਸ਼ਾ
ਕਿਤੇ ਨਾ ਕਿਤੇ ਚੁਣੌਤੀ ਬਣੀ ਰਹੀ ਹੈ ਮਿਊਨਿਸਪਲ ਕੌਂਸਲ ਦੀ। ਕਿਹਾ ਜਾਂਦਾ ਵੀ ਅਨੰਦਪੁਰ ਸਾਹਿਬ ਦਾ ਫਰੰਟ ਅਗਲਾ ਹਿੱਸਾ ਤਾਂ ਸਾਫ਼ ਕਰ ਦਿੱਤਾ ਜਾਂਦਾ ਹੈ, ਲੇਕਿਨ ਸ਼ਹਿਰ ਦਾ ਬਾਕੀ ਹਿੱਸਾ ਜੋ ਜਿੱਥੇ ਚੋਈ ਬਾਜ਼ਾਰ ਹੈ ਜਾਂ ਦੂਸਰੇ ਅੰਦਰਲਾ ਹਿੱਸਾ ਹੈ, ਉਹ ਸਾਰਾ ਬਿਲਕੁਲ ਹੀ ਨਰਕ ਦੇ ਸਮਾਨ ਬੁਰਾ ਹੋਇਆ ਹੁੰਦਾ ਹੈ। ਉੱਥੇ ਕੋਈ ਸਫਾਈ ਨਾਂ ਦੀ ਚੀਜ਼ ਨਹੀਂ ਹੈ, ਨਾਲੀਆਂ ਭਰੀਆਂ ਰਹਿੰਦੀਆਂ ਨੇ ਗੰਦਗੀ ਦੇ ਨਾਲ, ਤੇ ਹੋਰ ਬਹੁਤ ਸਾਰੀ ਗੰਦਗੀ ਜਿਹੜੀ ਆ ਉਹ ਉੱਥੇ ਫੈਲੀ ਰਹਿੰਦੀ ਹੈ। ਸੋ ਉਮੀਦ ਕਰਦੇ ਹਾਂ ਕਿ ਹਰਜੀਤ ਸਿੰਘ ਜੀਤਾ ਇਸ ਵਾਰ ਇਹਨਾਂ ਚੁਣੌਤੀਆਂ ਨੂੰ ਦਰਕਿਨਾਰ ਕਰਕੇ ਇਹਨਾਂ ਦੇ ਉੱਤੇ ਪੂਰੀ ਤਰ੍ਹਾਂ ਕਾਬੂ ਕਰਕੇ ਸਫਲਤਾ ਪ੍ਰਾਪਤ ਕਰਨਗੇ। ਅਨੰਦਪੁਰ ਸਾਹਿਬ ਵਾਸੀ ਜਿਹੜੇ ਬੇਸ਼ੱਕ ਉੱਪਰੋਂ ਹੱਸਦੇ ਉਹਨਾਂ ਦੇ ਨਾਲ ਲੱਗਦੇ ਹੋਣ, ਲੇਕਿਨ ਅੰਦਰੋਂ ਕਿਤੇ ਨਾ ਕਿਤੇ ਮਹਿਸੂਸ ਕਰਦੇ ਨੇ ਕਿ ਅਨੰਦਪੁਰ ਸਾਹਿਬ ਦਾ ਵਿਕਾਸ ਬਖੂਬੀ ਕੀਤਾ ਜਾ ਸਕਦਾ ਹੈ ਅਗਰ ਇਸ ਨੂੰ ਇਮਾਨਦਾਰੀ ਦੇ ਨਾਲ ਕੀਤਾ ਜਾਵੇ। ਅਸੀਂ ਉਮੀਦ ਕਰਦੇ ਹਾਂ ਕਿ ਪੂਰੀ ਇਮਾਨਦਾਰੀ ਦੇ ਨਾਲ, ਪੂਰੀ ਤਨਦੇਹੀ ਨਾਲ ਇਸ ਵਾਰ ਇਹ ਟੀਮ ਜਿਹੜੀ ਇਸ ਵਾਰ ਚੁਣੀ ਗਈ ਹੈ ਉਹ ਅਨੰਦਪੁਰ ਸਾਹਿਬ ਦਾ ਵਿਕਾਸ ਕਰੇਗੀ ਤੇ ਅਨੰਦਪੁਰ ਸਾਹਿਬ ਦੇ ਵਿਕਾਸ ਦੇ ਨਾਲ ਨਾਲ ਇਸ ਨੂੰ ਇੱਕ ਨਵੀਆਂ ਬਰੂਹਾਂ ਤੱਕ ਲੈ ਕੇ ਜਾਏਗੀ ਜਿੱਥੋਂ ਦੀ ਕਲਪਨਾ ਅਨੰਦਪੁਰ ਸਾਹਿਬ ਦੇ ਵਾਸੀ ਕਰਦੇ ਨੇ ਹੁੰਦਾ। ਬਾਕੀ ਇੱਕ ਅਨੰਦਪੁਰ ਸਾਹਿਬ ਵਾਸੀਆਂ ਲਈ ਗੱਲ ਕਰਦਾ ਕਿ ਦੋਸਤੋ, ਤੁਸੀਂ ਹਰ ਗੱਲ ਨੂੰ ਪੱਤਰਕਾਰ ਦੇ ਉੱਤੇ ਛੱਡ ਦਿੰਦੇ ਹੋ ਵੀ ਪੱਤਰਕਾਰ ਹੀ ਬੋਲਣਗੇ, ਪੱਤਰਕਾਰ ਹੀ ਕਹਿਣਗੇ, ਚਾਹੇ ਮੈਂ ਹੋਵਾਂ ਜਾਂ ਕੋਈ ਵੀ ਪੱਤਰਕਾਰ ਹੋਵੇ। ਤੁਹਾਡੀ ਨਹੀਂ ਕੋਈ ਸੁਣਦਾ ਤਾਂ ਇੱਕ ਕੇਂਦਰ ਸਰਕਾਰ ਨੇ ਬੜਾ ਵੱਡਾ ਹਥਿਆਰ ਸਾਨੂੰ ਦਿੱਤਾ ਹੋਇਆ ਹੈ, ਉਹ ਹੈ ਰਾਈਟ ਟੂ ਇਨਫੋਰਮੇਸ਼ਨ ਐਕਟ 2005, ਸੂਚਨਾ ਅਧਿਕਾਰ ਨਿਯਮ 2005। ਤੁਸੀਂ ਖੁਦ ਉਸ ਸੂਚਨਾ ਅਧਿਕਾਰ ਦੇ ਰਾਹੀਂ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਕਿਤੋਂ ਵੀ ਹਾਸਲ ਕਰ ਸਕਦੇ ਹੋ। ਤੁਹਾਡੇ ਘਰ ਦੇ ਅੱਗੇ ਪੇਵਰ ਪੈ ਰਹੇ ਹੋਣ, ਨਾਲੀਆਂ ਬਣ ਰਹੀਆਂ ਹੋਣ ਜਾਂ ਹੋਰ ਕੋਈ ਵੀ ਕੰਮ ਹੋ ਰਿਹਾ ਹੋਵੇ, ਔਰ ਅਗਰ ਤੁਸੀਂ ਸਮਝਦੇ ਹੋ ਕਿ ਉਹ ਕੰਮ ਸਹੀ ਨਹੀਂ ਹੋ ਰਿਹਾ, ਉਹ ਬਹੁਤ ਹੀ ਘਟੀਆ ਕਿਸਮ ਦਾ ਕੰਮ ਹੋ ਰਿਹਾ ਹੈ, ਤਾਂ ਤੁਸੀਂ ਤੁਰੰਤ ਉਸ ਪੇਵਰਸ ਨੂੰ ਜਾਂ ਜੋ ਮਸਾਲਾ ਉੱਥੇ ਬਣਿਆ ਹੋਇਆ ਉਸ ਨੂੰ ਜਾਂ ਕਿਸੇ ਵੀ ਚੀਜ਼ ਨੂੰ ਜਾਂਚ ਦੇ ਲਈ ਇਸ RTI ਐਕਟ ਦੇ ਥਰੂ ਭੇਜ ਸਕਦੇ ਹੋ, ਉਸ ਦੀ ਜਾਂਚ ਕਰਵਾ ਸਕਦੇ ਹੋ, ਕੰਮ ਰੁਕਵਾ ਸਕਦੇ ਹੋ। ਤੁਹਾਡੇ ਕੋਲ ਪਾਵਰ ਹੈ, ਉਸ ਪਾਵਰ ਦਾ ਇਸਤੇਮਾਲ ਕਰਿਓ। ਐਵੇਂ ਇਹ ਦੂਸਰੇ ਤੇ ਦੋਸ਼ ਨਾ ਲਗਾਈਓ ਕਿ ਉਹ ਇਸ ਤਰ੍ਹਾਂ ਕਰਕੇ ਚਲਾ ਗਿਆ। ਸਾਡੇ ਕੋਲ ਖੁਦ ਸਰਕਾਰ ਨੇ ਪਾਵਰ ਦਿੱਤੀ ਹੈ। ਹਾਂ, ਅਗਰ ਤੁਹਾਡੇ ਕੋਲੋਂ ਇਹ ਨਹੀਂ ਸੰਭਲ ਰਹੀ ਅਜਿਹੀ ਚੀਜ਼ ਤਾਂ SDTV ਪ੍ਰਾਈਮ ਹਰ ਵਕਤ ਹਰੇਕ ਵਿਅਕਤੀ ਦੇ ਨਾਲ ਖੜਾ ਹੈ ਤਾਂ ਕਿ ਅਨੰਦਪੁਰ ਸਾਹਿਬ ਦਾ ਸਰਪੱਖੀ ਵਿਕਾਸ ਕਰਵਾਇਆ ਜਾ ਸਕੇ। ਸੋ ਉਮੀਦ ਕਰਦੇ ਹਾਂ ਅੱਜ ਕਿ ਜਿੱਥੇ ਅਸੀਂ ਹਰਜੀਤ ਸਿੰਘ ਜੀਤਾ ਜੀ ਨੂੰ ਤੇ ਉਹਨਾਂ ਦੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ, ਉੱਥੇ ਉਮੀਦ ਵੀ ਕਰਦੇ ਹਾਂ ਕਿ ਅਗਲੇ 5 ਸਾਲ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿਕਾਸ ਦੇ ਵਿੱਚ ਤੁਸੀਂ ਪੂਰਾ ਯੋਗਦਾਨ ਪਾਉਂਦੇ ਹੋਏ ਅਨੰਦਪੁਰ ਸਾਹਿਬ ਨੂੰ ਬੁਲੰਦੀਆਂ ਤੱਕ ਲੈ ਕੇ ਜਾਓ। ਬਹੁਤ-ਬਹੁਤ ਧੰਨਵਾਦ ਦੋਸਤੋ। ਹੁਣ ਗੱਲ ਕਰਾਂਗੇ ਕੀਰਤਪੁਰ ਸਾਹਿਬ ਦੀ। ਸਾਰੇ ਹੀ ਪਾਓ, ਮੈਂ ਕੱਲਾ ਥੋੜੇ ਆ। ਚਲੋ ਤੁਸੀਂ ਲਓ ਜੀ, ਖਾਓ ਲਓ ਜੀ, ਲਾਓ ਏ ਸੋਨਿਹਾਲ ਸਤਿ ਸ਼੍ਰੀ ਅਕਾਲ। ਕੀਰਤਪੁਰ ਸਾਹਿਬ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਕਬਜ਼ਾ ਕੀਤਾ ਹੈ ਨਗਰ ਪੰਚਾਇਤ ਤੇ। ਉੱਥੇ ਟੋਟਲ 11 ਵਾਰਡ ਨੇ, 9 ਦੇ ਉੱਤੇ ਕਾਂਗਰਸ ਪਾਰਟੀ ਜਿੱਤੀ ਸੀ, ਇੱਕ ਤੇ BJP ਦਾ ਕੈਂਡੀਡੇਟ ਸੀ ਤੇ ਇੱਕ ਤੇ ਅਕਾਲੀ ਦਲ ਦਾ ਕੈਂਡੀਡੇਟ ਜਿੱਤਿਆ ਸੀ। ਨਗਰ ਪੰਚਾਇਤ ਦੀਆਂ ਚੋਣਾਂ ਪਹਿਲੀ ਵਾਰ ਉੱਥੇ ਹੋਈਆਂ ਕਿਉਂਕਿ ਨਗਰ ਪੰਚਾਇਤ ਨਵੀਂ ਬਣੀ ਹੈ, ਪਹਿਲੀ ਵਾਰ ਉੱਥੀਆਂ ਚੋਣਾਂ ਹੋਈਆਂ ਤੇ ਪਹਿਲੀ ਵਾਰ ਹੀ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਆਪਣੀ ਜਿੱਤ ਦਾ ਪਰਚਮ ਲਹਿਰਾਇਆ ਤੇ ਉੱਥੇ ਪਹਿਲੀ ਵਾਰ ਹੀ ਸੁਰਿੰਦਰਪਾਲ ਕੌੜਾ ਪ੍ਰਧਾਨਗੀ ਦੇ ਪਦ ਦੇ ਉੱਤੇ ਵਿਰਾਜਮਾਨ ਹੋਏ, ਜਿਨ੍ਹਾਂ ਦੀ ਅੱਜ ਦੀ ਤਾਜਪੋਸ਼ੀ ਕਰਾਈ ਗਈ। ਉਸ ਤਾਜਪੋਸ਼ੀ ਦੇ ਵਿੱਚ ਵੀ ਰਾਣਾ KP ਜੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੁੱਜੇ। ਉਹਨਾਂ ਨੇ ਪਾਲੀ ਕੋੜਾ ਦੇ ਨਾਲ ਮਸ਼ਹੂਰ ਸੁਰਿੰਦਰਪਾਲ ਕੋੜਾ ਜੀ ਜੋ ਹੈ ਉਹ ਪਾਲੀ ਕੋੜਾ ਦੇ ਨਾਲ ਮਸ਼ਹੂਰ ਨੇ, ਉਹਨਾਂ ਨੂੰ ਉਸ ਕੁਰਸੀ ਤੱਕ ਬਿਠਾਇਆ ਜਿਹੜੀ ਪ੍ਰਧਾਨਗੀ ਦੀ ਕੁਰਸੀ ਹੈ, ਉਹਨਾਂ ਦੀ ਤਾਜਪੋਸ਼ੀ ਕੀਤੀ ਤੇ ਉਹਨਾਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ ਉਹਨਾਂ ਦੇ ਆਉਣ ਵਾਲੇ ਸਮੇਂ।
ਪਹਿਲਾਂ ਚੁਣੌਤੀਆਂ ਕੀਰਤਪੁਰ ਸਾਹਿਬ ਦੇ ਵਿੱਚ ਬਹੁਤ ਨੇ, ਕਿਉਂਕਿ ਮੈਂ ਪਹਿਲਾਂ ਕਿਹਾ ਵੀ ਪਹਿਲੀ ਵਾਰ ਬਣੀ ਹੈ, ਲੇਕਿਨ ਪਹਿਲਾਂ ਗੱਲ ਕਰਦੇ ਹਾਂ ਨਗਰ ਪੰਚਾਇਤ ਬਣੀ ਕਿਉਂ। ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ ਤੇ 4 ਪੰਚਾਇਤਾਂ ਨੂੰ ਤੋੜ ਕੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਦਾ ਨਿਰਮਾਣ ਕੀਤਾ ਗਿਆ ਸੀ। ਉਸ ਵਕਤ ਕਾਂਗਰਸ ਪਾਰਟੀ ਨੇ ਇਸ ਦੀ ਬੜੀ ਵਿਰੋਧਤਾ ਕੀਤੀ ਸੀ, ਇੱਥੋਂ ਤੱਕ ਕਿ ਸੜਕਾਂ ਜਾਮ ਕੀਤੀਆਂ ਕਿ ਅਸੀਂ ਨਗਰ ਪੰਚਾਇਤ ਬਣਨ ਹੀ ਨਹੀਂ ਦੇਣੀ। ਇਸੇ ਤਰ੍ਹਾਂ ਨੂਰਪੁਰ ਬੇਦੀ 'ਚ ਵੀ ਨਗਰ ਪੰਚਾਇਤ ਬਣੀ ਸੀ, ਉਸ ਦੀ ਵੀ ਪੂਰੀ ਵਿਰੋਧਤਾ ਹੋਈ ਸੀ। ਉਸ ਵਕਤ ਦੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਨੂਰਪੁਰ ਬੇਦੀ ਦੀ ਨਗਰ ਪੰਚਾਇਤ ਬਣਾਉਣ ਦਾ ਫੈਸਲਾ ਤਾਂ ਵਾਪਸ ਲੈ ਲਿਆ, ਲੇਕਿਨ ਕੀਰਤਪੁਰ ਸਾਹਿਬ ਨੂੰ ਨਗਰ ਪੰਚਾਇਤ ਰਹਿਣ ਦਿੱਤਾ, ਇਹ ਨਹੀਂ ਸੀ ਭੰਗ ਕੀਤੀ। ਇਸ ਦੀ ਵਿਰੋਧਤਾ ਦੇ ਵਿੱਚ ਕਾਂਗਰਸ ਪਾਰਟੀ ਨੇ ਦੱਸਿਆ, ਮੈਂ ਤੁਹਾਨੂੰ ਵੀ ਜਾਮ ਤੱਕ ਲਗਾਏ, ਬੜੀ ਵਿਰੋਧਤਾ ਕੀਤੀ ਤੇ ਫਿਰ ਕਾਂਗਰਸ ਪਾਰਟੀ ਦੇ ਨੇਤਾਵਾਂ ਨੇ, ਜਿਨ੍ਹਾਂ ਵਿੱਚ ਰਾਣਾ KP ਸਿੰਘ ਵੀ ਸ਼ਾਮਲ ਸੀ, ਇਹਨਾਂ ਨੇ ਆ ਕੇ ਭਰੋਸਾ ਦਿੱਤਾ ਸੀ ਕਿ ਅਗਰ 2017 ਦੇ ਵਿੱਚ ਸਾਡੀ ਸਰਕਾਰ ਬਣੀ ਤਾਂ ਅਸੀਂ ਨਗਰ ਪੰਚਾਇਤ ਨੂੰ ਭੰਗ ਕਰ ਦਾਂਗੇ। 2017 ਦੇ ਵਿੱਚ ਸਰਕਾਰ ਵੀ ਕਾਂਗਰਸ ਦੀ ਬਣੀ, ਨਗਰ ਪੰਚਾਇਤ ਵੀ ਰਹੀ ਤੇ ਨਗਰ ਪੰਚਾਇਤ ਦੀਆਂ ਚੋਣਾਂ ਵੀ ਹੋਈਆਂ ਤੇ ਉਸ ਚੋਣਾਂ ਦੇ ਵਿੱਚ ਕਾਂਗਰਸ ਨੇ ਸਫਲਤਾ ਵੀ ਹਾਸਲ ਕੀਤੀ ਤੇ ਅੱਜ ਕਾਂਗਰਸ ਦੇ ਹੀ ਸੁਰਿੰਦਰਪਾਲ ਦੀ ਤਾਜਪੋਸ਼ੀ ਦੇ ਵਿੱਚ ਚੁਣੌਤੀਆਂ ਬਹੁਤ ਨੇ ਕੀਰਤਪੁਰ ਸਾਹਿਬ 'ਚ, ਲੇਕਿਨ ਸਭ ਤੋਂ ਵੱਡੀ ਚੁਣੌਤੀ ਜੋ ਦੇਖਣ 'ਚ ਆਈ, ਜੋ ਪਿਛਲੇ ਦਿਨਾਂ ਵਿੱਚ ਸੁਣਨ 'ਚ ਆਈ, ਦੇਖਣ 'ਚ ਆਈ, ਉਹ ਇਹ ਹੈ ਵੀ ਕਾਂਗਰਸ ਦੀ ਅੰਦਰੂਨੀ ਫੁੱਟ ਨੇ ਉੱਥੇ ਨਵਾਂ ਇੱਕ ਬਖੇੜਾ ਖੜਾ ਕੀਤਾ ਹੈ। ਕਾਂਗਰਸ ਦੇ 3 ਗਰੁੱਪ ਨੇ, 2 ਗਰੁੱਪ ਤਾਂ ਤੁਸੀਂ ਸੁਣੇ ਹੋਣਗੇ, 3 ਗਰੁੱਪ ਕੀਰਤਪੁਰ ਸਾਹਿਬ ਦੇ ਵਿੱਚ ਨੇ। ਇੱਕ ਗਰੁੱਪ ਨੂੰ ਤਾਂ ਜਿੱਤਣ ਹੀ ਨਹੀਂ ਦਿੱਤਾ 2 ਗਰੁੱਪਾਂ ਨੇ, ਤੇ ਜਿਹੜੇ 2 ਗਰੁੱਪਾਂ ਦੇ ਵਿੱਚੋਂ ਜਿੱਤੇ ਜੋ MC ਬਣੇ, ਉਹਨਾਂ ਵਿੱਚੋਂ 7 ਇੱਕ ਗਰੁੱਪ ਨਾਲ ਸੰਬੰਧ ਰੱਖਦੇ ਨੇ, 2 ਇੱਕ ਗਰੁੱਪ ਨਾਲ ਸੰਬੰਧ ਰੱਖਦੇ ਨੇ। ਲੇਕਿਨ ਉਹਨਾਂ ਨੇ ਇਹ ਫੈਸਲਾ ਕੀਤਾ ਸੀ ਵੀ ਰਾਣਾ KP ਜੀ ਜਿਸ ਵੀ ਵਿਅਕਤੀ ਨੂੰ ਪ੍ਰਧਾਨ ਬਣਾਉਣਗੇ ਸਾਨੂੰ ਸਾਰਿਆਂ ਨੂੰ ਉਹ ਮਨਜ਼ੂਰ ਹੋਏਗਾ। ਤੇ ਜਿਹੜੇ ਵਿਅਕਤੀ ਕੋਲ 2 ਬੰਦੇ ਸਨ, 2 ਗਰੁੱਪ ਸਨ, ਉਹਨਾਂ ਨੇ ਇੱਕ ਅਕਾਲੀ ਦਲ ਦੇ ਬੰਦੇ ਨੂੰ ਆਪਣੇ ਨਾਲ ਜੋੜ ਲਿਆ, ਉਹ ਵੀ 3 ਹੋ ਗਏ ਤੇ ਸ਼ਾਇਦ ਚੌਥੇ ਬੰਦੇ ਨੇ ਵੀ ਮਦਦ ਕਰ ਦਿੱਤੀ, 4 ਹੋ ਗਏ। ਲੇਕਿਨ ਦੂਸਰੇ ਪਾਸੇ 7 ਸੀ, ਲੇਕਿਨ ਰਾਣਾ KP ਜੀ ਇੱਕ ਸੂਝਵਾਨ ਨੇਤਾ ਨੇ, ਹਰ ਸੁੱਖ ਦੁੱਖ ਦੇ ਵਿੱਚ ਸਾਥ ਦਿੰਦੇ ਨੇ ਔਰ ਬੜੇ ਮਤਲਬ ਇੱਕ ਕਿਹਾ ਜਾ ਸਕਦਾ ਜ਼ਿੰਦਾ ਦਿਲ ਇਨਸਾਨ ਨੇ, ਜਿਹੜੇ ਇਹ ਛੋਟੀ ਮੋਟੀਆਂ ਗੱਲਾਂ ਦੇ ਉੱਤੇ ਮਤਲਬ ਕਿਹਾ ਜਾਂਦਾ ਨਾ ਵੀ ਕੰਨਾਂ ਦੇ ਕੱਚੇ ਨਹੀਂ। ਉਹਨਾਂ ਨੇ ਬੜੀ ਦੂਰਅੰਦੇਸ਼ੀ ਦੇ ਨਾਲ, ਕਿਉਂਕਿ ਦੂਰਅੰਦੇਸ਼ੀ ਬੰਦੇ ਨੇ, ਬੜੀ ਦੂਰਅੰਦੇਸ਼ੀ ਦੇ ਨਾਲ ਫੈਸਲਾ ਲੈਂਦੇ ਹੋਏ ਫੈਸਲਾ ਲਿਆ ਕਿ ਕਾਂਗਰਸ ਪਾਰਟੀ ਦੇ ਬਹੁਤ ਹੀ ਪੁਰਾਣੇ ਕਾਰਕਰਤਾ ਕਹਿ ਸਕਦੇ ਹੋ, ਵਰਕਰ ਜਿਹੜੇ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਪਰਿਵਾਰ ਦੇ ਵਿੱਚੋਂ ਜਿੱਤੇ ਹੋਏ ਸੁਰਿੰਦਰਪਾਲ ਖੋੜਾ ਜੀ ਨੂੰ ਉੱਥੇ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ। ਅੱਜ ਉਹਨਾਂ ਦੀ ਤਾਜਪੋਸ਼ੀ ਦੇ ਵਿੱਚ ਵੀ ਆਏ। ਦੂਸਰੇ ਗਰੁੱਪ ਜਿਹੜੇ 7 ਬੰਦੇ ਸੀ, ਉਹਨਾਂ ਦੇ ਗਰੁੱਪ ਦਾ ਜਿਹੜਾ ਲੀਡਰ ਸੀ ਜਾਂ ਉਹ 1-2 ਬੰਦੇ ਨਹੀਂ ਵੀ ਗਏ ਉੱਥੇ, ਉਹ MC ਉਹਨਾਂ ਨੂੰ ਚੰਗਾ ਨਹੀਂ ਸੀ ਲੱਗ ਰਿਹਾ, ਲੇਕਿਨ ਇੱਕ ਫੈਸਲਾ ਸੀ, ਉਸ ਫੈਸਲੇ ਦੇ ਉੱਤੇ ਮੋਹਰ ਸਾਰਿਆਂ ਨੇ ਲਗਾਈ ਹੈ। ਲੇਕਿਨ ਇੱਕ 7 ਬੰਦੇ ਇੱਕ ਪਾਸੇ ਹੋਣ ਤੇ 2 ਬੰਦੇ ਇੱਕ ਪਾਸੇ ਹੋਣ, ਇਹ ਲੋਕਤੰਤਰ ਦੇ ਹਿਸਾਬ ਨਾਲ ਤਾਂ ਸਹੀ ਨਹੀਂ ਹੈ, ਪਰ ਪਾਰਟੀ ਦੇ ਹਿਸਾਬ ਨਾਲ ਇਹ ਸਹੀ ਹੈ, ਕਿਉਂਕਿ ਪਾਰਟੀ ਦਾ ਹੁਕਮ ਮੰਨਿਆ ਹੈ। ਹੁਕਮ ਮੰਨਣ ਨਾਲ ਸੁਰਿੰਦਰਪਾਲ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਅੱਜ ਉਹਨਾਂ ਦੀ ਤਾਜਪੋਸ਼ੀ ਹੋਈ। ਉਸ ਤਾਜਪੋਸ਼ੀ ਦੇ ਵਿੱਚ ਰਾਣਾ KP ਜੀ ਨੇ ਕੀ ਕਿਹਾ, ਪਹਿਲਾਂ ਇਹ ਸੁਣੋ। ਪੁਰਾਣੇ ਕਾਂਗਰਸ ਦੇ ਪਰਿਵਾਰ ਸਵਰਗੀ ਨਿੱਕੂ ਸ਼ਾਹ ਜੀ ਦੇ ਹੋਣਹਾਰ ਸਪੁੱਤਰ ਪਾਲੀ ਸ਼ਾਹ ਕੌੜਾ ਜੀ, ਜਿਨ੍ਹਾਂ ਨੂੰ ਪਿਛਲੇ ਦਿਨੀ ਕੀਰਤਪੁਰ ਮਿਊਨਿਸਪਲ ਕਮੇਟੀ ਦੇ ਲੋਕਾਂ ਨੇ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਸੀ, ਅੱਜ ਉਹਨਾਂ ਨੂੰ ਅਸੀਂ ਰਸਮੀ ਤੌਰ ਤੇ ਕੁਰਸੀ ਤੇ ਬਹਾ ਕੇ ਉਹਨਾਂ ਨੂੰ ਚਾਰਜ ਦਿੱਤਾ ਹੈ ਔਰ ਅੱਜ ਤੋਂ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸੰਭਾਲੀ ਹੈ ਤੇ ਕੀਰਤਪੁਰ ਸਾਹਿਬ ਦੇ ਵਿਕਾਸ ਲਈ ਅੱਜ ਤੋਂ ਬੀੜਾ ਚੁੱਕਣਗੇ ਤੇ ਕੀਰਤਪੁਰ ਨੂੰ 4 ਚੱਲ ਲਾਉਣਗੇ। ਸੋ ਦੋਸਤੋ, ਹੁਣ ਗੱਲ ਕਰਦੇ ਹਾਂ ਚੁਣੌਤੀਆਂ ਦੀ। ਕੀਰਤਪੁਰ ਸਾਹਿਬ ਦੇ ਵਿੱਚ ਚੁਣੌਤੀਆਂ ਬਹੁਤ ਨੇ। ਕੀਰਤਪੁਰ ਸਾਹਿਬ ਦਾ ਮਹੱਤਵ ਸਿੱਖ ਧਰਮ ਦੇ ਲਈ ਓਨਾ ਹੀ ਹੈ ਜਿੰਨਾ ਹਿੰਦੂ ਧਰਮ ਦੇ ਲਈ ਹਰਿਦੁਆਰ ਦਾ ਮਹੱਤਵ ਹੈ, ਕਿਉਂਕਿ ਅਸਥੀਆਂ ਜਲ ਪ੍ਰਵਾਹ ਕਰਨ ਦੇ ਲਈ ਵਿਦੇਸ਼ਾਂ ਤੋਂ ਵੀ ਸਿੱਖ ਜਿਹੜੇ ਕੀਰਤਪੁਰ ਸਾਹਿਬ ਪੁੱਜਦੇ ਨੇ। ਪਰ ਸਭ ਤੋਂ ਵੱਡੀ ਚੁਣੌਤੀ ਇਹ ਹੈ ਵੀ ਕਈ ਸਾਲ ਹੋ ਗਏ, ਅਕਾਲੀ ਦਲ ਦੀ ਸਰਕਾਰ ਵੀ ਰਹੀ, ਉਸ ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਵੀ ਰਹੀ, 20 ਸਾਲ ਤਾਂ ਮੈਨੂੰ ਦੇਖਦੇ ਨੂੰ ਹੋ ਗਿਆ ਵੀ ਅਸੀਂ ਇਹ ਰੌਲਾ ਪਾਉਂਦੇ ਰਹੇ ਹਾਂ ਵੀ ਕੀਰਤਪੁਰ ਸਾਹਿਬ ਦੇ ਵਿੱਚ ਜਿੱਥੇ ਅਸਥੀਆਂ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਨੇ, ਉੱਥੇ ਜਿਹੜਾ ਪਾਣੀ ਪੈਂਦਾ ਹੈ ਉਹ ਸੀਵਰੇਜ ਦਾ ਪਾਣੀ ਪੈ ਰਿਹਾ ਕੀਰਤਪੁਰ ਸਾਹਿਬ ਦੇ ਸੀਵਰੇਜ ਦਾ, ਉਸ ਨੂੰ ਠੀਕ ਕੀਤਾ ਜਾਵੇ। ਸਰਕਾਰ ਨੇ ਕੋਸ਼ਿਸ਼ਾਂ ਕੀਤੀਆਂ, ਪਤਾ ਨਹੀਂ ਉਹ ਕੋਸ਼ਿਸ਼ਾਂ ਨਾਕਾਮਯਾਬ ਕਿਉਂ ਹੋ ਗਈਆਂ, ਅੱਜ ਤੱਕ ਉਹ ਸਾਫ਼ ਨਹੀਂ ਹੋ ਸਕਿਆ ਤੇ ਉਹ ਗੰਦਾ ਪਾਣੀ ਜਿਹੜਾ ਹੈ ਸਤਲੁਜ ਦੇ ਪਾਣੀ ਦੇ ਵਿੱਚ ਜਾ ਕੇ ਮਿਲਦਾ ਹੈ ਤੇ ਉਹੀ ਪਾਣੀ ਜਿਹੜਾ ਫਿਰ ਅੱਗੇ ਜਾ ਕੇ ਪਤਾਲਪੁਰੀ ਅਸਤਕਾਟ ਦੇ ਉੱਤੇ ਪਹੁੰਚਦਾ। ਸਭ ਤੋਂ ਪਹਿਲੀ ਚੁਣੌਤੀ ਹੈ ਵੀ ਉਸ ਪਾਣੀ ਨੂੰ ਅਲੱਗ ਕਰਨਾ, ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨਾ, ਇਹ ਬੜੀ ਵੱਡੀ ਚੁਣੌਤੀ ਹੈ। ਦੂਸਰੀ ਚੁਣੌਤੀ ਇਹ ਹੈ ਵੀ ਕੀਰਤਪੁਰ ਸਾਹਿਬ ਦੇ ਵਿੱਚ ਮੈਂ ਕਿਹਾ ਬਹੁਤ ਵੱਡਾ ਮਹੱਤਵ ਹੈ। ਕੀਰਤਪੁਰ ਸਾਹਿਬ ਦਾ ਬੱਸ ਸਟੈਂਡ ਹੀ ਹੈ ਨਹੀਂ।
ਕੀਰਤਪੁਰ ਸਾਹਿਬ ਆਉਣ ਵਾਲੇ ਸ਼ਰਧਾਲੂ ਇੱਕ ਪੁਲ ਦੇ ਥੱਲੇ ਜਿਹੜੇ ਆ ਖੜੇ ਹੁੰਦੇ ਨੇ ਤੇ ਬੱਸ ਲੈਂਦੇ ਨੇ, ਜਾਂ ਉਸੇ ਪੁਲ ਦੇ ਥੱਲੇ ਜਿਹੜੇ ਹੈ ਉਤਰ ਕੇ ਉਹ ਜਾ ਕੇ ਗੁਰਦੁਆਰਾ ਸਾਹਿਬ ਦੇ ਨਤਮਸਤਕ ਹੁੰਦੇ ਨੇ। ਭਾਵ ਉੱਥੇ ਬੱਸ ਸਟੈਂਡ ਦੀ ਕਮੀ ਹੈ। ਸਭ ਤੋਂ ਦੂਸਰੀ ਚੁਣੌਤੀ ਜਿਹਨੂੰ ਕਿਹਾ ਮੈਂ ਮੰਨਦਾ ਉਹ ਹੈ ਵੀ ਕੀਰਤਪੁਰ ਸਾਹਿਬ ਦੇ ਵਿੱਚ ਇੱਕ ਬੱਸ ਸਟੈਂਡ ਹੋਣਾ ਚਾਹੀਦਾ। ਬੱਸ ਸਟੈਂਡ ਸੀ ਉੱਥੇ, ਇਹ ਗੱਲ ਨਹੀਂ ਬੱਸ ਸਟੈਂਡ ਨਹੀਂ ਸੀ, ਲੇਕਿਨ ਪਿਛਲੇ ਦਿਨ ਹੀ ਜਦੋਂ ਨੈਸ਼ਨਲ ਹਾਈਵੇ ਤੇ ਚੰਡੀਗੜ੍ਹ ਮਨਾਲੀ ਜਿਹੜੀ 4 ਲੇਨਿੰਗ ਸੜਕ ਬਣੀ ਤਾਂ ਉਹ ਬੱਸ ਸਟੈਂਡ ਉਹਦੇ ਵਿੱਚ ਆ ਗਿਆ। ਉਸਦੇ ਪੈਸੇ ਵੀ ਮਿਲੇ, ਉਹ ਪੈਸੇ ਕਿੱਥੇ ਨੇ ਉਹ ਵੀ ਕੋਈ ਨਹੀਂ ਜਾਣਦਾ। ਫਿਰ ਪੰਚਾਇਤ ਨੇ ਇੱਕ ਜਗ੍ਹਾ ਦਿੱਤੀ ਵੀ ਚਲੋ ਇਸ ਜਗ੍ਹਾ ਦੇ ਉੱਤੇ ਤੁਸੀਂ ਜਿਹੜੀ ਆਪਣਾ ਬੱਸ ਸਟੈਂਡ ਨਵਾਂ ਬਣਾ ਲਿਆ ਜਾਵੇ। ਸਰਕਾਰ ਨੇ ਉਸ ਦੇ ਉੱਤੇ ਬੱਸ ਸਟੈਂਡ ਬਣਾਉਣ ਦਾ ਪਲਾਨਿੰਗ ਵੀ ਕਰ ਲਿਆ, ਲੇਕਿਨ ਉੱਥੇ ਜਿਹੜੀ ਹੈ ਦੁਕਾਨਾਂ ਪਾਈਆਂ ਹੋਈਆਂ ਲੋਕਾਂ ਨੇ, ਪੰਚਾਇਤ ਦੀ ਜਗ੍ਹਾ 'ਤੇ ਨਜਾਇਜ਼ ਦੁਕਾਨਾਂ ਪਾਈਆਂ ਹੋਈਆਂ। ਉਹ ਦੁਕਾਨਾਂ ਜਦੋਂ ਤੱਕ ਨਹੀਂ ਹਟਣਗੀਆਂ ਬੱਸ ਸਟੈਂਡ ਨਹੀਂ ਹੋਏਗਾ। ਜਦੋਂ ਬੱਸ ਸਟੈਂਡ ਦੀ ਜਗ੍ਹਾ ਦੇ ਦਿੱਤੀ ਤਾਂ ਉਹ ਦੁਕਾਨਦਾਰਾਂ ਨੇ ਹਾਈ ਕੋਰਟ ਦੇ ਵਿੱਚ ਕੇਸ ਕਰ ਦਿੱਤਾ ਤੇ ਉੱਥੇ ਸਟੇ ਲੈ ਲਈ। ਇਸ ਲਈ ਉਹ ਜਿਹੜੀ ਜਗ੍ਹਾ ਹੈ ਅੱਜ ਬੱਸ ਸਟੈਂਡ ਲਈ ਨਹੀਂ ਯੂਜ਼ ਹੋ ਰਹੀ, ਉਹ ਵੀ ਕਿਤੇ ਨਾ ਕਿਤੇ ਭੰਬਲਪੁਰ ਸਾਹਿਬ ਪਿਆ ਹੋਇਆ ਹੈ। ਇਹ ਬੜੀ ਵੱਡੀ ਸਮੱਸਿਆ ਜੀ ਬੱਸ ਸਟੈਂਡ ਦੀ। ਇੱਕ ਉੱਥੇ ਕੇਰੀ ਬਹੁਤ ਆਉਂਦੀ ਹੈ। ਕੀਰਤਪੁਰ ਸਾਹਿਬ ਨੂੰ ਅਗਰ ਕਾਲਾ ਸ਼ਹਿਰ ਕਹਿ ਦਿੱਤਾ ਜਾਵੇ ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੋਏਗੀ। ਕੀਰਤਪੁਰ ਸਾਹਿਬ ਦੇ ਵਿੱਚ ਜਿਹੜੀ ACC ਫੈਕਟਰੀ ਹੈ ਬਰਵਾਣੇ, ਉਸ ਦੇ ਵਿੱਚ ਜਾਣ ਲਈ ਜਿੰਨੀ ਵੀ ਕੋਲੇ ਦੀ ਕੇਰੀ ਆ ਉਹ ਕੀਰਤਪੁਰ ਸਾਹਿਬ ਆਉਂਦੀ ਹੈ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਦੇ ਆਸੇ-ਪਾਸੇ ਹੁਣ ਲੋਕਾਂ ਨੇ ਰਹਿਣਾ ਬੰਦ ਕਰ ਦਿੱਤਾ ਹੈ। ਪ੍ਰਦੂਸ਼ਣ ਇੰਨਾ ਹੈ ਕਿ ਉੱਥੇ ਸਾਹ ਘੁੱਟਦੇ ਨੇ ਆਮ ਇਨਸਾਨਾਂ ਦੇ ਚਾਰੋਂ ਪਾਸੇ। ਇਸ ਵਕਤ ਜਿਹੜੀ ਉਹ ਕੇਰੀ ਦੀ ਧੂੜ ਹੈ ਉੜ ਕੇ ਮਤਲਬ ਜਿੰਨੇ ਵੀ ਘਰ ਨੇ ਕੀਰਤਪੁਰ ਸਾਹਿਬ ਲੋਕਾਂ ਦੇ, ਉਹਨਾਂ ਦੇ ਘਰਾਂ ਦੇ ਵਿੱਚ ਆਉਂਦੀ ਹੈ। ਜਦੋਂ ਕੱਪੜੇ ਸੁੱਕਣੇ ਪਾਉਂਦੇ ਨੇ ਕੱਪੜੇ ਕਾਲੇ ਹੋ ਜਾਂਦੇ ਨੇ। ਇਹ ਬੜੀ ਵੱਡੀ ਸਮੱਸਿਆ ਹੈ। ਇਸ ਸਮੱਸਿਆ ਦਾ ਵੀ ਕਿਤੇ ਨਾ ਕਿਤੇ ਹੱਲ ਕਰਨਾ ਪਏਗਾ, ਚਾਹੇ ਸਰਕਾਰ ਦੇ ਨਾਲ ਸਰਕਾਰ ਤੱਕ ਪਹੁੰਚਾ ਕੇ ਗੱਲਾਂ ਕਰਨਾ ਹੋਵੇ, ਚਾਹੇ ਆਪਣੇ ਲੈਵਲ ਤੇ ਕਰਨਾ ਹੋਵੇ। ਬੜੀ ਵੱਡੀ ਚੁਣੌਤੀ, ਔਰ ਸਭ ਤੋਂ ਵੱਡੀ ਚੁਣੌਤੀ ਹੈ ਵੀ ਕੀਰਤਪੁਰ ਸਾਹਿਬ ਨੂੰ ਜਿੰਨਾ ਗੰਦਾ ਸ਼ਹਿਰ ਕਿਹਾ ਜਾਵੇ ਉਨਾ ਘੱਟ ਹੈ, ਕਿਉਂਕਿ ਨਾ ਤਾਂ ਇੱਥੇ ਕੋਈ ਵਧੀਆ ਗਲੀਆਂ ਨੇ, ਨਾ ਵਧੀਆ ਨਾਲੀਆਂ ਨੇ, ਤੇ ਨਾ ਹੀ ਵਧੀਆ ਇੱਥੇ ਕੋਈ ਸੋਲਰ ਸਿਸਟਮ ਜਾਂ ਆਪਣਾ ਜਿਹਨੂੰ ਕਹਿ ਦਿੰਦੇ ਆਪਾਂ ਸਟਰੀਟ ਲਾਈਟ ਸਿਸਟਮ ਹੈ ਉਹ ਹੈ। ਇਹ ਸਾਰਾ ਕੁਝ ਕਰਨਾ। ਕੀਰਤਪੁਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਸਾਈ ਹੋਈ ਨਗਰੀ ਹੈ। 6ਵੇਂ ਪਾਤਸ਼ਾਹ ਨੇ ਖੁਦ ਇਸ ਨਗਰੀ ਨੂੰ ਵਸਾਇਆ ਸੀ। ਇੱਥੇ 7ਵੇਂ ਪਾਤਸ਼ਾਹ ਤੇ 8ਵੇਂ ਪਾਤਸ਼ਾਹ ਦਾ ਜਨਮ ਵੀ ਹੋਇਆ। ਸੋ ਆਪਣੇ ਆਪ ਦੇ ਵਿੱਚ ਧਾਰਮਿਕ ਬਹੁਤ ਮਹੱਤਵ ਰੱਖਦੀ ਹੈ। ਬਹੁਤ ਸਾਰੇ ਲੋਕ ਇੱਥੇ ਜਿਹੜੇ ਹੈ ਧਾਰਮਿਕ ਤੌਰ 'ਤੇ ਸ਼ਰਧਾ ਨਾਲ ਸੀਸ ਝੁਕਾਉਣ ਆਉਂਦੇ ਨੇ, ਲੇਕਿਨ ਜਦੋਂ ਆ ਕੇ ਅਜਿਹੀਆਂ ਚੀਜ਼ਾਂ ਦੇਖਦੇ ਨੇ ਦਿਲ ਖੱਟਾ ਹੋਣਾ ਸੁਭਾਵਿਕ ਹੈ। ਸੋ ਇੱਕ ਚੁਣੌਤੀ ਉੱਥੇ ਹੋਰ ਹੈ ਕਿ ਇੱਕ ਕਲਿਆਣਪੁਰ ਪੰਚਾਇਤ ਹੈ ਜਾਂ ਹੋਰ ਬਹੁਤ ਸਾਰੀਆਂ ਜਗ੍ਹਾਵਾਂ ਨੇ ਜਿੱਥੇ ਪੰਚਾਇਤ ਦੀ ਜਗ੍ਹਾ ਦੇ ਉੱਤੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਆ। ਦਫਾ 4 ਲੱਗੀ ਹੋਈ ਹੈ ਕਈ ਜਗ੍ਹਾ ਦੇ ਉੱਤੇ ਤਾਂ, ਲੇਕਿਨ ਉਹ ਵੀ ਕਬਜ਼ੇ ਦੇ ਵਿੱਚ ਹੈ ਲੋਕਾਂ ਦੇ। ਕਬਜ਼ਾ ਹਟਾਉਣ ਲਈ ਸਰਪੰਚ ਦੇ ਅੱਗੇ ਸਰਪੰਚ ਹੁੰਦੇ ਸੀ, ਸਰਪੰਚ ਨੂੰ ਜ਼ਰੂਰਤ ਪੈਂਦੀ ਸੀ ਵੀ ਕਬਜ਼ਾ ਹਟਾਇਆ ਜਾਵੇ, ਲੇਕਿਨ ਹੈਰਾਨਗੀ ਤਾਂ ਉਦੋਂ ਹੋਈ ਕਿ ਸਰਪੰਚ ਖੁਦ ਨਾਲ ਮਿਲ ਕੇ ਜਿਹੜੇ ਕਰਦੇ ਰਹੇ। ਇਹ ਚੁਣੌਤੀ ਜਿਹੜੀ ਹੈ ਹੁਣ ਪ੍ਰਧਾਨ ਜੀ ਦੇ ਅੱਗੇ ਆਏਗੀ ਕਿ ਉਹਨਾਂ ਨੇ ਇਹ ਕਬਜ਼ੇ ਕਿਵੇਂ ਹਟਾਉਣੇ ਨੇ, ਕਿਵੇਂ ਉਹਨਾਂ ਨੂੰ ਉੱਥੋਂ ਹਟਾਉਣਾ, ਜਿਨ੍ਹਾਂ ਨੇ ਪੰਚਾਇਤ ਦੀ ਹੁਣ ਨਗਰ ਪੰਚਾਇਤ ਦੀ ਹੋਗੀ, ਪਹਿਲੇ ਪੰਚਾਇਤ ਕਿਹਾ ਹੁਣ ਨਗਰ ਪੰਚਾਇਤ ਦੀ ਜਗ੍ਹਾ ਦੇ ਉੱਤੇ ਨਜਾਇਜ਼ ਕਬਜ਼ੇ। ਬਹੁਤ ਸਾਰੀਆਂ ਚੁਣੌਤੀਆਂ ਨੇ ਕੀਰਤਪੁਰ ਸਾਹਿਬ ਦੇ ਲਈ। ਪਹਿਲੀ ਵਾਰ ਕਿਉਂਕਿ ਕੀਰਤਪੁਰ ਸਾਹਿਬ ਦੀ ਨਗਰ ਪੰਚਾਇਤ ਬਣੀ ਹੈ, ਪਹਿਲੀ ਵਾਰ ਪ੍ਰਧਾਨ ਦੀ ਨਿਯੁਕਤੀ ਹੋਈ ਹੈ। ਸੋ ਸਮੱਸਿਆਵਾਂ ਵੀ ਬਹੁਤ ਹੋਣਗੀਆਂ। ਉਹਨਾਂ ਸਮੱਸਿਆਵਾਂ ਨੂੰ ਹੌਲੀ ਹੌਲੀ ਹੱਲ ਵੀ ਕਰਨਾ ਹੋਏਗਾ ਤੇ ਉਹਨਾਂ ਨੂੰ ਸਮਾਂ ਵੀ ਦੇਣਾ ਚਾਹੀਦਾ। ਇੱਕੋ ਦਮ ਅਸੀਂ ਉਹਨਾਂ ਨੂੰ ਕਹਿ ਦਈਏ ਵੀ ਆਹ ਨਹੀਂ ਕੀਤਾ ਉਹ ਨਹੀਂ ਕੀਤਾ, ਇਹ ਵੀ ਗਲਤ ਹੋਏਗਾ। ਹਾਲੇ ਤਾਂ ਉਹ ਜੁਮਾ ਅੱਜ ਬੈਠੇ ਨੇ ਆਪਣੀ ਸੀਟ ਤੇ ਉਮੀਦ ਕਰਨੀ ਚਾਹੀਦੀ ਹੈ ਉਹਨਾਂ ਤੋਂ ਕਿ ਵੀ ਉਹ ਆਪਣੇ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨਗੇ ਤੇ ਹੱਲ ਕਰਕੇ ਇੱਕ ਨਵਾਂ ਕੀਰਤਪੁਰ ਸਾਹਿਬ ਸਾਡੇ ਸਾਹਮਣੇ ਲੈ ਕੇ ਆਉਣਗੇ। ਤੇ ਇੱਕ ਵਾਰ ਫੇਰ SGTV ਪ੍ਰਾਈਮ ਵੱਲੋਂ ਸੁਰਿੰਦਰਪਾਲ ਕੋੜਾ ਜੀ ਤੇ ਉਹਨਾਂ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਵਧਾਈ ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਇੱਕ ਵੱਖਰੇ ਹੀ ਤੌਰ ਤੇ ਜਾਣੇ ਜਾਣਗੇ ਕਿ ਹਾਂ ਇੱਥੋਂ ਦੀਆਂ ਨਗਰ ਕੌਂਸਲਾਂ ਨੇ ਕੰਮ ਕੀਤਾ ਹੈ ਤਾਂ ਬਹੁਤ ਵਧੀਆ ਕੀਤਾ ਹੈ। ਸਭ ਦਾ ਬਹੁਤ ਬਹੁਤ ਧੰਨਵਾਦ।